ਪਿਆਰੇ ਵਿਦਿਆਰਥੀਓ, ਪੰਜਾਬੀ ਟਿਊਟੋਰੀਅਲਸ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਆਪਣੇ ਸਿਲੇਬਸ ਲਈ ਨਿਰਧਾਰਤ ਪੁਸਤਕ ਸਾਹਿਤਕ ਕਿਰਨਾਂ 2 ਵਿੱਚੋਂ ਇੱਕ ਲੇਖ ਹੈਂਕੜ ਅਤੇ ਹਉਮੈ ਦੀ ਮਾਰ ਬਾਰੇ ਚਰਚਾ ਕਰਾਂਗੇ। ਇਹ ਲੇਖ ਡਾਕਟਰ ਹਰਸ਼ਿੰਦਰ ਕੌਰ ਦਾ ਲਿਖਿਆ ਹੋਇਆ ਹੈ, ਜੋ ਕਿ ਕਿੱਤੇ ਵਜੋਂ ਡਾਕਟਰ ਨੇ। ਹੈਂਕੜ ਤੇ ਹਉਮੈ ਦੀ ਮਾਰ ਲੇਖ ਵਿੱਚ ਲੇਖਕਾ ਸਾਨੂੰ ਹਉਮੈ ਦਾ, ਹੰਕਾਰ ਦਾ ਅਤੇ ਆਕੜ ਦਾ ਜੋ ਰੋਲ ਹੁੰਦਾ ਸਾਡੀ ਲਾਈਫ ਦੇ ਵਿੱਚ, ਜਾਂ ਮੈਂ ਕਹਾਂ ਕਿ ਕਿਸ ਤਰ੍ਹਾਂ ਸਾਨੂੰ ਪ੍ਰਭਾਵਿਤ ਕਰਦਾ ਸਾਡੇ ਜੀਵਨ ਨੂੰ, ਸਾਡਾ ਹੰਕਾਰ, ਘਮੰਡ, ਸਾਡੀ ਆਕੜ, ਤਾਂ ਇਸ ਚੀਜ਼ ਨੂੰ ਜਿਹੜਾ ਉਹਨਾਂ ਨੇ ਦੱਸਿਆ ਹੈ, ਜਿਹਦੇ ਵਿੱਚ ਉਹਨਾਂ ਨੇ ਬੱਚੇ ਦੇ ਜੀਵਨ ਦੀ ਉਦਾਹਰਣ ਲਈ ਹੈ, ਕਿਸ ਤਰ੍ਹਾਂ ਵਿਆਹੁਤਾ ਜੀਵਨ ਦੇ ਵਿੱਚ ਹੰਕਾਰ ਵਾਲੀ ਸਥਿਤੀ ਸਾਨੂੰ ਪ੍ਰਭਾਵਿਤ ਕਰਦੀ ਹੈ। ਇਸ ਤਰ੍ਹਾਂ ਦੀਆਂ ਹੋਰ ਉਦਾਹਰਨਾਂ ਲਈਆਂ ਨੇ। ਸੋ ਹੈਂਕੜ ਤੇ ਹਉਮੈ ਦੀ ਮਾਰ ਲੇਖ ਵਿੱਚ ਲੇਖਕਾ ਦੱਸਦੀ ਹੈ ਕਿ ਕਹਿੰਦੀ ਹੈ ਕਿ ਹਉਮੈ ਇੱਕ ਵੱਡਾ ਰੋਗ ਹੈ। ਆਮ ਹੀ ਵੇਖਣ 'ਚ ਆਉਂਦਾ ਕਿ ਜਿੱਥੇ ਅਕਲ ਜਦੋਂ ਬਹੁਤ ਜ਼ਿਆਦਾ ਸ਼ਿਖਰ ਛੋਹਣ ਲੱਗਦੀ ਆ, ਉੱਥੇ ਘਮੰਡ ਤੇ ਹੰਕਾਰ ਨਾਲ ਹੀ ਜੱਫੀ ਪਾ ਕੇ ਬਹਿ ਜਾਂਦੇ ਨੇ। ਜਿਵੇਂ ਪੈਸੇ ਵਾਲੇ ਨੂੰ ਆਪਣੇ ਪੈਸੇ ਦੀ ਆਕੜ ਹੁੰਦੀ ਹੈ, ਉਸੇ ਤਰ੍ਹਾਂ ਰੁਤਬੇ ਨਾਲ ਜੁੜੀ ਤਾਕਤ ਕਾਰਨ ਵੀ ਬਹੁਤੇ ਲੋਕ ਹੰਕਾਰ ਦੇ ਵਿੱਚ ਆ ਜਾਂਦੇ ਨੇ। ਜਿਹੜੇ ਬੁੱਧੀਜੀਵੀ ਚਿੰਤਕ ਲੋਕ ਹੁੰਦੇ ਨੇ, ਉਹਨਾਂ ਅੰਦਰ ਵੀ ਇੱਕ ਅਲੱਗ ਹੀ ਕਿਸਮ ਦਾ ਹਉਮੈ ਹੁੰਦਾ, ਜਿਹੜਾ ਉਹਨਾਂ ਦੀ ਸ਼ਖਸੀਅਤ ਨੂੰ ਹਾਂ ਪੱਖੀ ਜਾਂ ਨਾ ਪੱਖੀ ਬਣਾਉਂਦਾ। ਹਉਮੈ ਨੂੰ ਕਾਬੂ ਵਿੱਚ ਰੱਖਣਾ ਆਮ ਆਦਮੀ ਦੇ ਵੱਸ 'ਚ ਨਹੀਂ ਹੁੰਦਾ। ਇਸੇ ਲਈ ਇਹ ਬੇਚੈਨੀ ਤੇ ਕਲੇਸ਼ ਦਾ ਕਾਰਨ ਬਣਦੀ ਹੈ, ਜਿਸ ਨਾਲ ਜਿਹੜਾ ਸਾਡਾ ਸਰੀਰ ਹੈ ਛੇਤੀ ਹੀ ਬਿਮਾਰੀਆਂ ਸਹੇੜ ਲੈਂਦਾ। ਜਿਸ ਕਿਸੇ ਨੂੰ ਹਉਮੈ ਕਾਬੂ ਕਰਨੀ ਆ ਜਾਏ, ਉਹ ਰੱਬ ਦਾ ਰੂਪ ਧਾਰਨ ਕਰ ਲੈਂਦਾ। ਅਤੇ ਜਿਹੇ ਜਿਹੜੇ ਮਨੁੱਖ ਹੁੰਦੇ ਨੇ ਜਿਨ੍ਹਾਂ ਨੂੰ ਹਉਮੈ ਕਾਬੂ ਕਰਨੀ ਆ ਜਾਂਦੀ ਹੈ, ਉਹ ਆਪਣੇ ਆਲੇ ਦੁਆਲੇ ਇੱਕ ਸੁਖਾਵਾਂ ਮਾਹੌਲ ਸਿਰਜ ਲੈਂਦੇ ਨੇ, ਜਿਸ ਵਿੱਚ ਕੋਈ ਵੀ ਇਨਸਾਨ ਬੈਠ ਕੇ ਆਤਮਿਕ ਸ਼ਾਂਤੀ ਦਾ ਅਹਿਸਾਸ ਕਰ ਸਕਦਾ ਅਤੇ ਰੋਗ ਮੁਕਤ ਵੀ ਹੋ ਸਕਦਾ। ਪਰ ਅਰਬਾਂ ਵਿੱਚੋਂ ਕੋਈ ਵਿਰਲਾ ਹੀ ਹੁੰਦਾ ਜਿਸ ਨੂੰ ਇਹ ਰੱਬੀ ਰੂਪ ਜਿਹੜਾ ਦਰਜਾ ਇਸ ਤਰ੍ਹਾਂ ਦਾ ਹਾਸਲ ਹੁੰਦਾ। ਨਿਮਰਤਾ ਜਾਂ ਹਲੀਮੀ ਦੇ ਉੱਚੇ ਰੁਤਬੇ ਪੈਸੇ ਅਤੇ ਇਲਮ ਨਾਲ ਸੌਖਿਆਂ ਤਾਲਮੇਲ ਨਹੀਂ ਬੈਠਦਾ। ਹਉਮੈ ਕਿਵੇਂ ਇਨਸਾਨ ਦੇ ਅੰਦਰ ਹੌਲੀ ਹੌਲੀ ਵੜਦੀ ਹੈ ਅਤੇ ਫਿਰ ਜਮ੍ਹਾਂ ਹੋ ਕੇ ਕਿਵੇਂ ਦਿਮਾਗ ਨੂੰ ਹੰਕਾਰ ਨਾਲ ਭਰ ਦਿੰਦੀ ਹੈ, ਬਹੁਤੇ ਲੋਕਾਂ ਨੂੰ ਤਾਂ ਇਹਦਾ ਪਤਾ ਹੀ ਨਹੀਂ ਲੱਗਦਾ। ਲੇਖਕਾ ਦਾ ਕਹਿਣਾ ਕਿ ਜਿਸ ਤਰ੍ਹਾਂ ਉਹ ਬੱਚਿਆਂ ਦੀ ਡਾਕਟਰ ਹੈ ਲੇਖਕਾ, ਅਤੇ ਸੋ ਬੱਚਿਆਂ ਦੀ ਜਿਹੜੀ ਐਗਜ਼ਾਮਪਲ ਦਿੰਦੇ ਹੋਈ ਗੱਲ ਸ਼ੁਰੂ ਕਰਦੀ ਆ ਕਿ ਜਿਉਂ ਹੀ ਇੱਕ ਬੱਚਾ ਇਹ ਸਮਝਣਯੋਗ ਹੋ ਜਾਂਦਾ ਕਿ ਪੈਸੇ ਦੀ ਜਿਹੜੀ ਉਹਦੇ ਜੀਵਨ ਦੇ ਵਿੱਚ ਅਹਿਮੀਅਤ ਕੀ ਆ, ਤਾਂ ਉਸ ਸਮੇਂ ਹੰਕਾਰ ਉਹਦੇ ਅੰਦਰ ਪਣਪਣਾ ਸ਼ੁਰੂ ਹੋ ਜਾਂਦਾ। ਸੋ ਜਿਵੇਂ ਜਦੋਂ ਬੱਚਾ ਕਹਿੰਦਾ ਮੇਰੇ ਪਾਪਾ ਕੋਲ ਐਡੀ ਵੱਡੀ ਕਾਰ ਆ, ਮੇਰਾ ਬਸਤਾ ਮਹਿੰਗਾ, ਇਟ ਮੀਨਸ ਉਹਦੇ 'ਚ ਹਉਮੈ ਦਾ ਵਾਸਾ ਸ਼ੁਰੂ ਹੋ ਗਿਆ। ਸੋ ਛੋਟੇ ਬੱਚੇ ਅੰਦਰ ਹਉਮੈ ਪਰ ਜਿਹੜੀ ਉਹ ਸਦਾ ਨਹੀਂ ਰਹਿੰਦੀ। ਇਸੇ ਲਈ ਕਈ ਵਾਰ ਅਮੀਰੀ ਗਰੀਬੀ ਦਾ ਜਿਹੜਾ ਪਾੜ ਹੋਣ ਦੇ ਬਾਵਜੂਦ ਵੀ 2 ਜਣਿਆਂ 'ਚ ਨਿੱਘੀ ਦੋਸਤੀ ਹੋ ਸਕਦੀ ਹੈ। ਪਰ ਜੇ ਦੋਸਤੀ ਤਰਸ ਦੇ ਆਧਾਰ 'ਤੇ ਕੀਤੀ ਜਾਵੇ ਕਿ ਇੱਕ ਅਮੀਰ ਬੱਚਾ ਗਰੀਬ ਬੱਚੇ ਨਾਲ ਤਰਸ ਖਾ ਕੇ ਦੋਸਤੀ ਕਰੇ, ਤਾਂ ਉਹ ਜ਼ਿਆਦਾ ਦੇਰ ਨਹੀਂ ਟਿਕਦੀ। ਅਤੇ ਇਹ ਵੀ ਦੇਖਣ 'ਚ ਆਉਂਦਾ ਕਿ ਥੋੜ੍ਹਾ ਵੱਡੇ ਹੋ ਜਾਣ ਉੱਤੇ ਬੱਚੇ ਦੀ ਆਪਣੀ ਦਿੱਖ ਵੀ ਉਸ ਅੰਦਰ ਹੰਕਾਰ ਭਰ ਦਿੰਦੀ ਹੈ। ਆਪਣੇ ਆਪ ਨੂੰ ਸਭ ਤੋਂ ਸੋਹਣਾ ਅਤੇ ਵੱਖਰਾ ਸਮਝਦਾ ਹੋਇਆ ਬੱਚਾ ਆਪਣੇ ਆਲੇ ਦੁਆਲੇ ਹਉਮੈ ਦੀ ਕੰਧ ਖੜੀ ਕਰ ਲੈਂਦਾ। ਇਸ ਕੰਧ ਨੂੰ ਨਾ ਮੇਟ ਸਕਣ ਕਾਰਨ ਜਿਹੜੇ ਬਾਕੀ ਬੱਚੇ ਹੁੰਦੇ ਆ, ਉਹਦਾ ਕੋਈ ਨਾਲ ਦੋਸਤੀ ਨਹੀਂ ਕਰਦੇ। ਸੋ ਅਜਿਹੇ ਬੱਚੇ ਕਈ ਵਾਰ ਦੂਜੇ ਲਿੰਗ ਦੇ ਬੱਚਿਆਂ ਪ੍ਰਤੀ ਆਕਰਸ਼ਿਤ ਹੋ ਜਾਂਦੇ ਨੇ ਜਾਂ ਉਹਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਨ ਲੱਗਦੇ ਨੇ। ਜੇ ਤਾਂ ਦੋਵੇਂ ਆਪੋ ਆਪਣੇ ਹਉਮੈ ਦਾ ਗਲਾਫ ਚਾੜੀ ਰੱਖਣ, ਫਿਰ ਤਾਂ ਅਜਿਹੇ ਰਿਸ਼ਤੇ 'ਚ ਫਿੱਕ ਪੈ ਜਾਣੀ ਹੈ, ਕਿਉਂਕਿ ਦੋਵੇਂ ਆਪਣੇ ਆਪ ਨੂੰ ਉੱਚਾ ਸਾਬਤ ਕਰਨ ਲੱਗੇ ਰਹਿੰਦੇ ਨੇ। ਜੇ ਅਜਿਹੇ ਦੋਸਤਾਂ ਵਿੱਚੋਂ ਇੱਕ ਜਾਣਾ ਹਉਮੈ ਨੂੰ ਕਾਬੂ ਕਰਨਾ ਸਿੱਖ ਲਵੇ, ਤਾਂ ਰਿਸ਼ਤੇ ਦੇਰ ਤੱਕ ਨਿਭ ਸਕਦੇ ਨੇ। 2 ਬਰਾਬਰ ਦੀ ਟੱਕਰ ਵਾਲੇ ਬੱਚੇ ਜੇ ਇੱਕ ਗਰੁੱਪ ਵਿੱਚ ਇਕੱਠੇ ਹੋ ਜਾਣ ਤਾਂ ਦੁਸ਼ਮਣੀਆਂ ਦਾ ਕਾਰਨ ਵੀ ਬਣ ਜਾਂਦੇ ਨੇ। ਕੁਝ ਬੱਚੇ ਲਾਇਕ ਹੋਣ ਕਾਰਨ ਵੀ ਹਉਮੈ ਦਾ ਸ਼ਿਕਾਰ ਬਣ ਜਾਂਦੇ ਨੇ। ਉਹਨਾਂ ਦੇ ਅਚੇਤ ਮਨ 'ਚ ਹਉਮੈ ਦਾ ਵਾਸ ਹੁੰਦੇ ਸਾਰ ਉਹ ਬਾਕੀ ਦੋਸਤਾਂ ਦੇ ਨਾਲ ਛੇਤੀ ਖਹਿਬੜਨ ਲੱਗ ਪੈਂਦੇ ਨੇ ਅਤੇ ਆਪਣੇ ਆਪ ਨੂੰ ਬਾਕੀਆਂ ਤੋਂ ਅਲੱਗ ਬਣਾ ਲੈਂਦੇ ਨੇ। ਨਤੀਜੇ ਵਜੋਂ ਬਾਕੀ ਬੱਚੇ ਆਪ ਹੀ ਉਸ ਬੱਚੇ ਤੋਂ ਜਿਹੜੀ ਦੂਰੀ ਬਣਾ ਲੈਂਦੇ ਨੇ ਅਤੇ ਉਸ ਨੂੰ ਪੜ੍ਹਾਕੂ ਜਾਂ ਕਿਤਾਬੀ ਕੀੜਾ ਕਹਿ ਕੇ ਉਹਦੇ ਨਾਲੋਂ ਰਿਸ਼ਤਾ ਤੋੜ ਲੈਂਦੇ ਨੇ। ਜਦੋਂ ਇੱਕੋ ਕਲਾਸ ਵਿੱਚ 2 ਬੱਚੇ ਪਹਿਲੇ ਨੰਬਰ ਦੀ ਦੌੜ 'ਚ ਸ਼ਾਮਲ ਹੋਣ ਤਾਂ ਕਈ ਵਾਰ ਵਧੀਆ ਨਤੀਜੇ ਵੀ ਨਿਕਲ ਆਉਂਦੇ ਨੇ, ਕਿਉਂਕਿ ਪਹਿਲੇ ਨੰਬਰ 'ਤੇ ਆਉਣ ਦੇ ਲਈ ਬੱਚਾ ਜ਼ਿਆਦਾ ਪੜ੍ਹਨ ਲੱਗਦਾ। ਪਰ ਕਈ ਵਾਰੀ ਹਉਮੈ ਦੀ ਟੱਕਰ ਮਾੜਾ ਅਸਰ ਵੀ ਪਾ ਦਿੰਦੀ ਹੈ ਅਤੇ ਬੱਚਾ ਪਹਿਲੇ ਨੰਬਰ ਉੱਤੇ ਨਾ ਆ ਸਕਣ ਉੱਤੇ ਢਹਿੰਦੀ ਕਲਾ 'ਚ ਚਲਿਆ ਜਾਂਦਾ ਅਤੇ ਮਾੜੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦਾ, ਮਸਲਨ ਨਸ਼ੇ ਵਗੈਰਾ ਦਾ। ਜਦੋਂ ਅਜਿਹੇ ਬੱਚੇ ਦੀ ਹਉਮੈ ਮਾਪਿਆਂ ਵੱਲੋਂ ਸਹਿਲਾਈ ਜਾਵੇ
ਭਾਵ ਸਹਿਰਾਈ ਜਾਵੇ, ਸਰਾਹੀ ਜਾਵੇ ਜਾਂ ਉਹਨੂੰ ਮਤਲਬ ਸਹਿਮਤੀ ਰੱਖੀ ਜਾਵੇ ਉਹਦੀ ਗੱਲ ਨਾਲ, ਤਾਂ ਬੱਚਾ ਹੰਕਾਰ ਦੇ ਅਸਰ ਹੇਠ ਪੂਰੀ ਤਰ੍ਹਾਂ ਆ ਜਾਂਦਾ ਅਤੇ ਮਾਪਿਆਂ ਨਾਲ ਵੀ ਬਦਸਲੂਕੀ ਕਰਨ ਲੱਗਦਾ। ਹੰਕਾਰ ਦਾ ਮਾਰਿਆ ਮਨੁੱਖ ਜਦੋਂ ਵਿਆਹੁਤਾ ਜ਼ਿੰਦਗੀ 'ਚ ਪੈਰ ਧਰਦਾ ਤਾਂ ਜਿਹੜਾ ਰਿਸ਼ਤਾ ਉਹ ਗੰਢਦਾ ਉਸ ਵਿੱਚ ਦੋਸਤੀ ਦਾ ਨਿੱਘ ਉੱਕਾ ਹੀ ਨਹੀਂ ਹੁੰਦਾ, ਕਿਉਂਕਿ ਅਜਿਹੇ ਬੰਦੇ ਦਾ ਪੂਰਾ ਜ਼ੋਰ ਤਾਂ ਇਸ ਗੱਲ 'ਤੇ ਲੱਗਿਆ ਹੁੰਦਾ ਕਿ ਉਹਨੇ ਆਪਣੇ ਸਾਥੀ ਨੂੰ ਨੀਵਾਂ ਦਿਖਾਉਣ ਦੇ ਚੱਕਰ 'ਚ ਕੀ ਕਰਨਾ ਤੇ ਕੀ ਨਹੀਂ ਕਰਨਾ। ਇਸ ਤਰ੍ਹਾਂ ਦੂਜੇ ਸਾਥੀ ਦੇ ਦਿਲ ਅੰਦਰ ਹੀਨ ਭਾਵਨਾ ਭਰ ਜਾਂਦੀ ਤੇ ਆਪਣੀ ਜ਼ਿੰਦਗੀ ਨੂੰ ਬੇਮਤਲਬ ਸਮਝਦੇ ਹੋਏ ਢਹਿੰਦੀ ਕਲਾ 'ਚ ਜਾ ਸਕਦਾ, ਜਾਂ ਸਾਥੀ ਤੋਂ ਕਿਨਾਰਾ ਕਰਕੇ ਰਿਸ਼ਤਾ ਤੋੜਨਾ ਬਿਹਤਰ ਸਮਝਦਾ। ਬਹੁਤੇ ਵਿਆਹ ਅੱਜ ਕੱਲ੍ਹ ਇਸੇ ਤਰ੍ਹਾਂ ਹੀ ਟੁੱਟ ਰਹੇ ਨੇ। ਸੋ ਇਸ ਤਰ੍ਹਾਂ ਦੋ ਉਦਾਹਰਨਾਂ ਉਹ ਦਿੰਦੇ ਨੇ ਹੰਕਾਰ ਦੀਆਂ। ਫਿਰ ਉਹ ਕਹਿੰਦੇ ਕਿ ਇਹ ਕਿਵੇਂ ਪਤਾ ਲੱਗੇ ਕਿ ਬੰਦਾ ਹੰਕਾਰਿਆ ਹੋਇਆ। ਲੇਖਕਾਂ ਅਨੁਸਾਰ ਕਿ ਜਦੋਂ ਬੰਦਾ ਆਪਣੇ ਬਾਰੇ ਟੋਕਾ ਟਾਕੀ ਦੀ ਨਿੱਕੀ ਜਿਹੀ ਗੱਲ ਉੱਤੇ ਖਿਝ ਜਾਵੇ, ਰਤਾ ਜਿੰਨੀ ਪੁੱਛ ਗਿੱਛ ਕਰਨ ਉੱਤੇ ਪਾਸਾ ਵੱਟ ਲਵੇ, ਗੱਲਾਂ ਕਰਦਿਆਂ ਕੱਟੇ ਜਾਣ 'ਤੇ ਅੱਗ ਬਬੂਲਾ ਹੋ ਜਾਵੇ, ਸਾਥੀਆਂ ਕੋਲੋਂ ਜਾਂ ਕਰਿੰਦਿਆਂ ਕੋਲੋਂ ਅੱਖ ਬਚਾ ਕੇ ਲੰਘਣਾ ਸ਼ੁਰੂ ਕਰ ਦੇਵੇ, ਦੋ ਟੁਕ ਗੱਲ ਕਰਕੇ ਛੇਤੀ ਗੱਲਬਾਤ ਬੰਦ ਕਰ ਦੇਵੇ, ਕੋਈ ਵੀ ਸਵਾਲ ਪੁੱਛਣ ਉੱਤੇ ਛੇਤੀ ਚਿੜ ਜਾਵੇ, ਫੋਨ ਕਰਨ 'ਤੇ ਵੀ ਗੱਲ ਕੱਟਣ ਲੱਗ ਪਵੇ, ਮਹਿੰਗੇ ਪਹਿਰਾਵੇ ਪਾਉਣ ਵਾਲਿਆਂ ਦੇ ਨਾਲ ਦੂਜਿਆਂ ਦੇ ਪਹਿਰਾਵੇ ਨੂੰ ਉੱਤੋਂ ਹੇਠਾਂ ਤੱਕ ਤਿਰਸਕਾਰ ਦੀ ਨਜ਼ਰ ਨਾਲ ਵੇਖਣ ਲੱਗੇ, ਕਿਸੇ ਦੀ ਨਿੱਕੀ ਜਿਹੀ ਗਲਤੀ ਉੱਤੇ ਵੀ ਜ਼ਹਿਰੀਲੀ ਮੁਸਕਾਨ ਨਾਲ ਸਿਰ ਛੰਡਣ ਲੱਗ ਪਵੇ, ਦੂਜੇ ਨੂੰ ਬੇਵਜ੍ਹਾ ਉਡੀਕ ਕਰਵਾਉਂਦਾ ਰਹੇ, ਕੋਈ ਜੀ ਕਹੇ ਬਗੈਰ ਗੱਲ ਕਰ ਲਵੇ ਤਾਂ ਖਾਣ ਵੱਢਣ ਨੂੰ ਪਵੇ, ਕਿਸੇ ਨੂੰ ਅਗਾਂਹ ਵੱਧਦੇ ਵੇਖ ਕੇ ਨਫ਼ਰਤ ਨਾਲ ਭਰ ਜਾਵੇ ਤੇ ਉਸ ਦਾ ਨੁਕਸਾਨ ਕਰਨ ਬਾਰੇ ਲਗਾਤਾਰ ਸੋਚਦਾ ਰਹੇ, ਹਰ ਕਿਸੇ ਅੱਗੇ ਆਪਣੇ ਆਪ ਜਾਂ ਆਪਣੇ ਪਿਛੋਕੜ ਬਾਰੇ ਸ਼ੇਖੀਆਂ ਮਾਰਦਾ ਰਹੇ, ਕਿਸੇ ਦੂਜੇ ਦੀ ਤਾਰੀਫ ਕਰਨ ਉੱਤੇ ਪਾਰਟੀ ਛੱਡ ਕੇ ਤੁਰ ਜਾਵੇ। ਜਿਹਦੇ 'ਚ ਇਸ ਤਰ੍ਹਾਂ ਦੇ ਲੱਛਣ ਆ, ਇਟ ਮੀਨਸ ਉਹ ਹੰਕਾਰਿਆ ਹੋਇਆ। ਇਹ ਸਭ ਕੁਝ ਜਾਣ ਕੇ ਇਹ ਤਾਂ ਸੌਖਾ ਹੀ ਕਿਆਸ ਲਗਾਇਆ ਜਾ ਸਕਦਾ ਕਿ ਅਜਿਹੇ ਲੋਕ ਹਜ਼ਾਰਾਂ ਦੀ ਗਿਣਤੀ 'ਚ ਹੁੰਦੇ ਨੇ ਜੋ ਸਾਡੇ ਆਲੇ ਦੁਆਲੇ ਹੁੰਦੇ ਨੇ। ਫਿਰ ਅਜਿਹੇ ਲੋਕਾਂ ਨਾਲ ਨਜਿੱਠਿਆ ਕਿਵੇਂ ਜਾਵੇ, ਇਹ ਅਗਲਾ ਜਿਹੜਾ ਹੈਗਾ ਮੁੱਦਾ ਹੈ। ਬਹੁਤੇ ਤਾਂ ਅਜਿਹੇ ਅਫਸਰਾਂ ਨਾਲ ਨਿਭਾ ਰਹੇ ਹੋਣਗੇ ਤੇ ਕੁਝ ਕੁ ਵਿਆਹੁਤਾ ਜ਼ਿੰਦਗੀ ਵਿੱਚ ਆਪਣੇ ਸਾਥੀ ਹੱਥੋਂ ਦੁਖੀ ਹੋ ਚੁੱਕੇ ਹੋਣਗੇ। ਇਸ ਤੋਂ ਪਹਿਲਾਂ ਕਿ ਇਹਨਾਂ ਦੇ ਡਾਕਟਰੀ ਜਾਂ ਮਨੋਵਿਗਿਆਨਕ ਹੱਲ ਬਾਰੇ ਜਾਣੀਏ, ਇੱਕ ਘਟਨਾ ਜੋ ਮੇਰੇ ਦਿਮਾਗ ਉੱਤੇ ਹਾਵੀ ਹੋਈ ਬੈਠੀ ਹੈ ਤੇ ਮੇਰੇ ਅੱਖੀਂ ਵੇਖੀ ਹੈ ਬਾਰੇ ਮੈਂ ਜ਼ਰੂਰ ਦੱਸਣਾ ਚਾਹਾਂਗੀ। ਇਹ ਡਾਕਟਰ ਹਰਸ਼ਿੰਦਰ ਕੌਰ ਲਿਖਦੇ ਨੇ ਕਿ ਇੱਕ ਵਾਰੀ ਬਹੁਤ ਵੱਡੇ ਅਫਸਰ ਅਤੇ ਅਤੀ ਦੇ ਅਮੀਰ ਆਦਮੀ ਦਾ ਬੇਟਾ ਮੇਰੀ ਬੇਟੀ ਦੀ ਕਲਾਸ 'ਚ ਪੜ੍ਹਦਾ ਸੀ। ਉਹ ਦੋਵੇਂ ਉਦੋਂ ਦੂਜੀ ਜਮਾਤ 'ਚ ਸਨ। ਇੱਕ ਰਾਤ ਹਸਪਤਾਲ 'ਚ ਮੇਰੀ ਡਿਊਟੀ ਸੀ ਜਦੋਂ ਉਸ ਬੱਚੇ ਨੂੰ ਲਹੂ ਲਹਾਨ ਹਾਲਤ ਵਿੱਚ ਉਸ ਦੇ ਮਾਪੇ ਮੇਰੇ ਕੋਲ ਲੈ ਕੇ ਆਏ। ਉਸ ਬੱਚੇ ਦਾ ਸੱਜਾ ਹੱਥ ਪੂਰੀ ਤਰ੍ਹਾਂ ਫਿਸਿਆ ਪਿਆ ਸੀ। ਐਕਸਰੇ ਤੋਂ ਪਤਾ ਲੱਗਾ ਕਿ ਸਾਰੀਆਂ ਹੱਡੀਆਂ ਚੂਰ ਹੋ ਗਈਆਂ ਤੇ ਠੀਕ ਹੋਣ ਵਾਲੀ ਹਾਲਤ 'ਚ ਨਹੀਂ ਸੀ। ਪੱਟੀਆਂ ਬੰਨ੍ਹ ਕੇ ਦਰਦ ਦੇ ਟੀਕਿਆਂ ਤੋਂ ਬਾਅਦ ਜਦੋਂ ਬੱਚੇ ਦੀ ਕੁਝ ਹਾਲਤ ਠੀਕ ਹੋਈ ਤਾਂ ਮੈਂ ਉਸ ਦੀ ਰੋ ਕੇ ਬੇਹਾਲ ਹੋਈ ਮਾਂ ਤੋਂ ਪੁੱਛਿਆ ਕਿ ਹੋਇਆ ਕਿਵੇਂ ਹੈ। ਉਸਨੇ ਦੱਸਿਆ ਕਿ ਇਸ ਦਾ ਪਿਓ ਮਹਿੰਗੀ ਨਵੀਂ ਕਾਰ ਖਰੀਦ ਕੇ ਲਿਆਇਆ ਸੀ ਤੇ ਉਸ ਕਰਕੇ ਦੋਸਤਾਂ ਨੂੰ ਪਾਰਟੀ ਉੱਤੇ ਸੱਦਿਆ ਸੀ। ਇਸ ਬੱਚੇ ਨੇ ਕਾਰ ਉੱਤੇ ਕਿੱਲ ਨਾਲ ਝਰੀਟਾਂ ਮਾਰ ਦਿੱਤੀਆਂ ਤਾਂ ਗੁੱਸੇ 'ਚ ਆ ਕੇ ਇਸ ਦੇ ਪਿਓ ਨੇ ਕਾਰ ਦੇ ਰੈਂਚ ਨਾਲ ਕੁੱਟ-ਕੁੱਟ ਕੇ ਇਸ ਦਾ ਸਾਰਾ ਹੱਥ ਬੁਰੀ ਤਰ੍ਹਾਂ ਤੋੜ ਦਿੱਤਾ। ਸੋ ਬੱਚਾ ਹਾਲੇ ਪੂਰੀ ਤਰ੍ਹਾਂ ਬੇਹੋਸ਼ ਨਹੀਂ ਸੀ, ਇਸ ਲਈ ਹੌਲੀ ਜਿਹੇ ਬੋਲ ਪਿਆ ਸੀ, ਮੰਮੀ ਜੀ ਝਰੀਟਾਂ ਨਹੀਂ ਸੀ ਮਾਰੀਆਂ, ਸਿਰਫ ਇੰਨਾ ਹੀ ਲਿਖਿਆ ਸੀ, ਆਈ ਲਵ ਯੂ ਪਾਪਾ। ਪਾਪਾ ਸ਼ਬਦ ਹਾਲੇ ਪੂਰਾ ਨਹੀਂ ਸੀ ਲਿਖ ਸਕਿਆ, ਪਾਪਾ ਪਹਿਲਾਂ ਹੀ ਮਾਰਨ ਲੱਗ ਪਏ। ਇਹ ਸੁਣ ਕੇ ਮੇਰਾ ਦਿਲ ਬੁੱਝ ਗਿਆ। ਸਿਰਫ ਪਿਆਰ ਦਾ ਇਜ਼ਹਾਰ ਕਰਨ ਖਾਤਰ ਉਸ ਬੱਚੇ ਦਾ ਸੱਜਾ ਹੱਥ ਜ਼ਿੰਦਗੀ ਭਰ ਲਈ ਨਕਾਰਾ ਹੋ ਗਿਆ। ਉਸਦੇ ਪਿਓ ਦੇ ਮੱਥੇ ਉੱਤੇ ਰਤਾ ਜਿੰਨੀ ਵੀ ਸ਼ਿਕਣ ਨਹੀਂ ਸੀ, ਮਤਲਬ ਅਫਸੋਸ ਨਹੀਂ ਸੀ। ਮੈਨੂੰ ਪਤਾ ਲੱਗਿਆ ਕਿ ਬਾਅਦ 'ਚ ਉਸ ਹੰਕਾਰੀ ਪਿਓ ਦੇ ਮਾਂ ਦਾ ਵਿਆਹ ਟੁੱਟ ਗਿਆ ਤੇ ਮਾਂ ਬੱਚੇ ਨੂੰ ਲੈ ਕੇ ਪਟਿਆਲਾ ਛੱਡ ਕੇ ਚਲੀ ਗਈ। ਉਹ ਜੇ ਹੋਰ ਵੀ ਵਧੇਰੇ ਕੇਸ ਵੇਖਣ ਨੂੰ ਮਿਲਦੇ ਨੇ ਤੇ ਦਿਲ ਵਿੱਚ ਕਸਕ ਜੀ ਛੱਡ ਦਿੰਦੇ ਨੇ, ਪਰ ਹਰ ਕੇਸ ਦਾ ਹੱਲ ਡਾਕਟਰ ਵਾਸਤੇ ਕੱਢਣਾ ਸੌਖਾ ਨਹੀਂ ਹੁੰਦਾ। ਸੋ ਇਹ ਸਾਰੀ ਹੈਂਕੜ ਵਾਲੇ ਲੋਕਾਂ ਦੀ ਗੱਲ ਆ। ਜੇ ਕਿਤੇ ਹੈਂਕੜਬਾਜ਼ ਬੰਦੇ ਨਾਲ ਵਾਹ ਪੈ ਹੀ ਜਾਏ ਤੇ ਨਿਭਾਉਣਾ ਵੀ ਪਵੇ ਤਾਂ ਆਪਣੇ ਆਪ ਅੰਦਰ ਤਣਾਅ ਪੈਦਾ ਕਰਨ ਦੀ ਬਜਾਏ ਜਾਂ ਆਪਣੀ ਜ਼ਿੰਦਗੀ ਨੂੰ ਨਰਕ ਬਣਾਉਣ ਦੀ ਥਾਂ ਕੁਝ ਨੁਸਖੇ ਆ ਜਿਹੜੇ ਉਹ ਅਜਮਾ ਕੇ ਵੇਖੇ ਜਾ ਸਕਦੇ ਨੇ। ਪਹਿਲਾਂ ਤਾਂ ਇਹ ਪਤਾ ਕਰੋ ਕਿ ਬੰਦਾ ਹੈਂਕੜਬਾਜ਼ ਹੈ ਵੀ ਜਾਂ ਸਾਡੇ ਤੋਂ ਹੀ ਕੋਈ ਗਲਤੀ ਹੋ ਗਈ ਜਿਸ ਕਰਕੇ ਅਫਸਰ ਬਹੁਤ ਨਾਰਾਜ਼ ਹੈ। ਦੂਜਾ, ਜੇ ਅਗਲਾ ਬੰਦਾ ਖਾਣ ਵੱਢਣ ਨੂੰ ਪੈ ਰਿਹਾ ਤਾਂ ਕੀ ਸਾਡੀ ਗਲਤੀ ਬਹੁਤ ਜ਼ਿਆਦਾ ਵੱਡੀ ਤਾਂ ਨਹੀਂ ਸੀ? ਆਮ ਤੌਰ ਉੱਤੇ ਹੰਕਾਰੀ ਬੰਦੇ ਕਿਸੇ ਨੂੰ ਆਪਣੇ ਤੋਂ ਬਿਹਤਰ ਸਾਬਤ ਕਰਦਾ ਵੇਖ ਕੇ ਉਸ ਉੱਤੇ ਟੁੱਟ ਕੇ ਪੈ ਜਾਂਦੇ ਨੇ ਤੇ ਇਸ ਲਈ ਛੇਤੀ ਪਛਾਣੇ ਜਾਂਦੇ ਨੇ। ਅਜਿਹੀ ਹਾਲਤ 'ਚ ਆਪਣੇ ਦ੍ਰਿੜ ਇਰਾਦੇ ਅਤੇ ਪੂਰੀ ਮਾਨਸਿਕ ਤਾਕਤ ਨਾਲ ਡਟੇ ਰਹਿਣ ਅਤੇ ਟਿਕਾ ਕੇ ਛੋਟਾ ਤੇ ਢੁਕਵਾਂ ਜਵਾਬ ਦੇਣ ਨਾਲ ਭੈੜੀ ਹਾਲਤ ਬੋਲਦਾ ਬੰਦਾ ਚੁੱਪ ਹੋਣ ਉੱਤੇ ਮਜਬੂਰ ਕੀਤਾ ਜਾ ਸਕਦਾ। ਜੇ ਕਿਸੇ ਜਿਹੇ ਬੰਦੇ ਰਾਹੀਂ ਬੇਇੱਜ਼ਤੀ ਹੋ ਗਈ ਹੋਵੇ ਜਾਂ ਉਸ ਨੂੰ ਦਿਲ 'ਤੇ ਲਾਉਣ 'ਤੇ ਉਸ ਦੇ ਹਾਵ ਭਾਵਾਂ ਉੱਤੇ ਜਿਹੜੀ ਹੈਗੀ ਆ ਬਹੁਤ ਜ਼ਿਆਦਾ
ਅਸਰ ਪਿਆ ਹੋਵੇ ਦਿਲ ਦੇ ਉੱਤੇ ਸਾਡੇ 'ਤੇ, ਮਜ਼ਾਕ ਕੱਸ ਕੇ ਜਾਂ ਆਪਣੇ ਦੋਸਤਾਂ ਨਾਲ ਹੱਸ ਖੇਡ ਕੇ ਆਪਣੇ ਆਪ ਨੂੰ ਸ਼ਾਂਤ ਕੀਤਾ ਜਾ ਸਕਦਾ। ਇੱਕ ਹੱਡਬੀਤੀ ਮੈਂ ਵੀ ਦੱਸ ਦਿੰਦੀ ਹਾਂ ਕਿ ਸਾਡਾ ਪ੍ਰਿੰਸੀਪਲ ਬਹੁਤ ਖਰਾਂਟ ਅਤੇ ਹੈਂਕੜਬਾਜ਼ ਆਦਮੀ ਸੀ। ਡਾਕਟਰ ਹਰਸ਼ਿੰਦਰ ਕੌਰ ਲਿਖਦੇ ਕਿ ਇਸੇ ਲਈ ਅਸੀਂ ਸਾਰੇ ਵਿਦਿਆਰਥੀ ਉਸ ਦੀ ਛੇੜ ਬੋਲ ਕੇ ਤਸੱਲੀ ਕਰ ਲੈਂਦੇ ਸੀ। ਖੜਕ ਸਿੰਘ ਕੇ ਖੜਕਣੇ ਸੇ ਖੜਕਤੀ ਹੈ ਖਿੜਕੀਆਂ, ਖਿੜਕੀਓਂ ਕੇ ਖੜਕਣੇ ਸੇ ਖੜਕਤਾ ਹੈ ਖੜਕ ਸਿੰਘ। ਇਹ ਸਤਰਾਂ ਬਾਅਦ 'ਚ ਇੰਨੀਆਂ ਮਸ਼ਹੂਰ ਹੋ ਗਈਆਂ ਕਿ ਉਸ ਦੇ ਰਿਟਾਇਰ ਹੋ ਜਾਣ ਤੋਂ ਬਾਅਦ ਵੀ ਮੈਡੀਕਲ ਕਾਲਜ 'ਚ ਬਹੁਤ ਸਾਲ ਇਹ ਛੇੜ ਚੱਲਦੀ ਰਹੀ ਅਤੇ ਹੁਣੇ ਜੇ ਹਿੰਦੀ ਫਿਲਮ ਦੇ ਗੀਤ ਵਿੱਚ ਵੀ ਸਤਰਾਂ ਵਰਤੀਆਂ ਗਈਆਂ। ਮਨੋਵਿਗਿਆਨੀ ਜਿਹੜੇ ਹੈਗੇ ਉਹ ਦੱਸਦੇ ਕਿ ਆਪਣੇ ਮਨੋਬਲ ਨੂੰ ਤਾਕਤਵਰ ਬਣਾਉਣ ਲਈ ਅਤੇ ਆਪਣੀ ਸੁਣਨ ਸ਼ਕਤੀ ਦੇ ਨਾਲ ਨਾਲ ਆਪਣੇ ਹਾਵ ਭਾਵਾਂ 'ਤੇ ਕਾਬੂ ਪਾਉਣ ਦਾ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਕਿ ਕਿਸੇ ਫਜ਼ੂਲ ਹੰਕਾਰੀ ਬੰਦੇ ਤੋਂ ਬਕਵਾਸ ਸੁਣ ਲੈਣ ਤੋਂ ਬਾਅਦ ਵੀ ਆਪਣੇ ਆਪ ਨੂੰ ਬੇਕਾਬੂ ਨਾ ਹੋਣ ਦਿੱਤਾ ਜਾਏ। ਇਸ ਨਾਲ ਹੰਕਾਰੀ ਬੰਦੇ ਦੀ ਹਉਮੈ ਨੂੰ ਤਗੜੀ ਸੱਟ ਵੱਜ ਜਾਂਦੀ ਹੈ। ਉਹ ਅਜਿਹਾ ਸੋਚਣ 'ਤੇ ਮਜਬੂਰ ਹੋ ਜਾਂਦਾ ਕਿ ਮੇਰੇ ਬੋਲਣ ਦਾ ਜੇ ਅਗਲੇ 'ਤੇ ਉੱਕਾ ਹੀ ਅਸਰ ਨਹੀਂ ਹੁੰਦਾ ਤਾਂ ਮੇਰੇ ਬੋਲਣ ਦਾ ਕੀ ਫਾਇਦਾ। ਜੇ ਇਸ ਤਰ੍ਹਾਂ ਦੇ ਬੰਦੇ ਨੂੰ ਵਾਪਸ ਗਾਲਾਂ ਕੱਢਣ ਲੱਗ ਪਈਏ ਤਾਂ ਸਮਝ ਲੈਣਾ ਕਿ ਉਹਦੇ ਅਤੇ ਸਾਡੇ 'ਚ ਕੋਈ ਫਰਕ ਨਹੀਂ ਹੈਗਾ। ਠਰਮੇ ਨਾਲ ਪਰ ਸਖਤ ਆਵਾਜ਼ ਵਿੱਚ ਉਸ ਬੰਦੇ ਨੂੰ ਇਹ ਦਰਸਾਇਆ ਜਾ ਸਕਦਾ ਕਿ ਇਨਸਾਨ ਇਸ ਲਹਿਜੇ ਵਿੱਚ ਗੱਲ ਨਹੀਂ ਕਰਦੇ ਅਤੇ ਨਾ ਹੀ ਅੱਗੇ ਤੋਂ ਇਸ ਤਰ੍ਹਾਂ ਸਾਡੇ ਨਾਲ ਗੱਲ ਕਰਨ ਦੀ ਲੋੜ ਆ। ਠੀਕ ਤਰੀਕੇ ਨਾਲ ਗੱਲ ਕਰਨੀ ਹੋਵੇ ਤਾਂ ਜਦੋਂ ਮਰਜ਼ੀ ਗੱਲ ਕਰ ਲਵੋ। ਜੇ ਇੰਨਾ ਕਹਿਣਾ ਸੰਭਵ ਨਾ ਹੋਵੇ ਤਾਂ ਇਸ ਤਰ੍ਹਾਂ ਦੇ ਬੰਦੇ ਨੂੰ ਪੂਰੀ ਤਰ੍ਹਾਂ ਆਪਣੀ ਸੋਚ ਵਿੱਚੋਂ ਮਨਫੀ ਕਰ ਦੇਣਾ ਚਾਹੀਦਾ, ਮਾਈਨਸ ਕਰ ਦੇਣਾ ਚਾਹੀਦਾ ਅਤੇ ਉਸ ਦੀ ਉੱਕਾ ਹੀ ਪਰਵਾਹ ਨਹੀਂ ਕਰਨੀ ਚਾਹੀਦੀ। ਜੇ ਕਿਤੇ ਜਿਹਾ ਬੰਦਾ 4 ਜਣਿਆਂ 'ਚ ਖੜਾ ਵੀ ਹੋਵੇ ਤਾਂ ਬਾਕੀਆਂ ਨਾਲ ਮੁਸਕਰਾ ਕੇ ਹੈਲੋ ਕਰਕੇ ਅਗਾਂਹ ਲੰਘਿਆ ਜਾ ਸਕਦਾ ਅਤੇ ਉਸ ਨੂੰ ਅਣਦੇਖਿਆ ਕਰਨਾ ਹੀ ਠੀਕ ਹੈ। ਜੇ ਅਜਿਹਾ ਬੰਦਾ ਬੇਇੱਜ਼ਤੀ ਕਰਨੀ ਚਾਹੇ ਤਾਂ ਆਪਣੇ ਆਪ ਨੂੰ ਕੰਮ 'ਚ ਜਿਹੜਾ ਸਾਨੂੰ ਮਸ਼ਰੂਫ ਕਰ ਲੈਣਾ ਚਾਹੀਦਾ, ਭਾਵ ਕੰਮ ਦੇ ਵਿੱਚ ਬਿਜ਼ੀ ਕਰ ਲੈਣਾ ਚਾਹੀਦਾ, ਜਾਂ ਫੋਨ ਉੱਤੇ ਕਿਸੇ ਨਾਲ ਗੱਲ ਕਰਕੇ ਉਸ ਨੂੰ ਨਕਾਰੇ ਜਾਣ ਦਾ ਅਹਿਸਾਸ ਕਰਵਾਉਣਾ ਚਾਹੀਦਾ। ਬਹੁਤੇ ਹੰਕਾਰੇ ਅਫਸਰ ਆਮ ਤੌਰ ਉੱਤੇ ਆਪਣੀ ਗੱਲ ਮੁਕਾ ਕੇ ਦੂਜੇ ਕੋਲੋਂ ਕਿਸੇ ਜਵਾਬ ਦੀ ਉਮੀਦ ਹੀ ਨਹੀਂ ਰੱਖਦੇ। ਸੋ ਸੁਣ ਕੇ ਸਿਰ ਹਿਲਾ ਕੇ ਕਮਰੇ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ। ਜੇ ਬਹਿਸ ਛੇੜ ਲਈ ਤਾਂ ਕਈ ਵਾਰ ਮਾੜੇ ਨਤੀਜੇ ਨਿਕਲ ਸਕਦੇ ਨੇ। ਅਜਿਹੇ ਮਾਹੌਲ ਨੂੰ ਆਪਣੇ ਦਫ਼ਤਰ ਤੋਂ ਘਰ ਜਾਂ ਘਰ ਤੋਂ ਦਫ਼ਤਰ ਨਹੀਂ ਲਿਜਾਣਾ ਚਾਹੀਦਾ ਤਾਂ ਮਾਨਸਿਕ ਸ਼ਾਂਤੀ ਪੂਰੀ ਤਰ੍ਹਾਂ ਭੰਗ ਹੋਣ ਦਾ ਖਤਰਾ ਹੋ ਜਾਂਦਾ। ਇਸ ਦੇ ਨਾਲ ਹੀ ਤਣਾਅ ਤੋਂ ਸਹੇੜੀਆਂ ਬਿਮਾਰੀਆਂ ਦੀ ਸ਼ੁਰੂਆਤ ਹੋ ਜਾਂਦੀ ਹੈ। ਜੇ ਕਿਤੇ ਹੰਕਾਰੇ ਹੋਏ ਅਫਸਰ ਦੀ ਕੋਈ ਕਮਜ਼ੋਰੀ ਲੱਭ ਜਾਵੇ ਬਸ ਫਿਰ ਤਾਂ ਕਹਿਣਾ ਹੀ ਕਿਆ। ਹੰਕਾਰਿਆ ਸੋ ਮਾਰਿਆ ਦੀ ਹਕੀਕਤ ਜਾਣ ਲੈਣ ਤੋਂ ਬਾਅਦ ਆਪਣੇ ਹਉਮੈ ਨੂੰ ਸਿਰ ਉੱਤੇ ਚੜ੍ਹ ਜਾਣ ਤੋਂ ਪਹਿਲਾਂ ਹੀ ਪੱਖੀ ਬਣਾ ਲਈਏ ਤਾਂ ਕਮਾਲ ਦੀ ਸ਼ਖਸੀਅਤ ਬਣ ਸਕਦੀ ਹੈ ਸਾਡੀ। ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਫਰਮਾਉਂਦੇ ਨੇ ਕਿ ਹਉਮੈ ਵੱਡਾ ਰੋਗ ਹੈ, ਦਾਰੂ ਪੀ ਇਸ ਮਾਹ। ਹਉਮੈ ਜਦੋਂ ਸਵੈ ਵਿਸ਼ਵਾਸ ਦਾ, ਆਪਣੀ ਆਤਮਾ ਦੀ ਪਛਾਣ ਦਾ ਅਤੇ ਆਪਣੀ ਸਮਰੱਥਾ ਨੂੰ ਸਮਝ ਲੈਣ ਦਾ ਰੂਪ ਧਾਰਨ ਕਰਦੀ ਹੈ ਤਾਂ ਇਹ ਹਾਂ ਪੱਖੀ ਹੋ ਨਿਬੜਦੀ ਹੈ ਅਤੇ ਆਤਮਾ ਦੀ ਪਛਾਣ ਕਰਨ ਵਾਲਾ ਵਿਅਕਤੀ ਬੜਾ ਨਿਮਰ ਤੇ ਸਾਧ ਮੁਰਾਦੇ ਰੂਪ 'ਚ ਪ੍ਰਗਟ ਹੁੰਦਾ ਹੈ। ਸੋ ਇਸ ਲੇਖ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਲੇਖਕਾਂ ਨੇ ਜੋ ਹੰਕਾਰ ਕਾਰਨ ਨੁਕਸਾਨ ਹੁੰਦੇ ਨੇ ਸਾਡੇ, ਉਸ ਸਮੱਸਿਆ ਉੱਤੇ ਜ਼ੋਰ ਦਿੱਤਾ। ਹਉਮੈ ਦਾ ਦੋਸਤੀਆਂ ਜਾਂ ਹੋਰ ਸੰਬੰਧਾਂ ਉੱਤੇ ਕੀ ਅਸਰ ਪੈਂਦਾ। ਪਾਠ ਵਿੱਚ ਹੰਕਾਰੀ ਵਿਅਕਤੀ ਦੇ ਲੱਛਣ ਦੱਸੇ ਨੇ ਇੱਕ ਤਾਂ ਲੇਖਕਾਂ ਨੇ ਇੱਕ ਜ਼ਖਮੀ ਬੱਚੇ ਦੀ ਦਰਦਨਾਕ ਕਹਾਣੀ ਰਾਹੀਂ ਹੰਕਾਰੀ ਵਿਅਕਤੀ ਦਾ ਪਰਦਾਫਾਸ਼ ਕੀਤਾ ਹੈ। ਲੇਖ ਵਿੱਚ ਹੰਕਾਰੀ ਵਿਅਕਤੀ ਨਾਲ ਨਜਿੱਠਣ ਅਤੇ ਉਸ ਦੇ ਅਸਰ ਤੋਂ ਬਚਣ ਲਈ ਕੁਝ ਸੁਝਾਅ ਵੀ ਦਿੱਤੇ ਨੇ। ਲੇਖਿਕਾ ਇਸ ਗੱਲ ਉੱਤੇ ਵੀ ਜ਼ੋਰ ਦਿੰਦੀ ਹੈ ਕਿ ਹੰਕਾਰੀ ਵਿਅਕਤੀ ਨੂੰ ਬੇਧਿਆਨ ਕਰਨ ਨਾਲ ਹੀ ਉਸ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ। ਸੋ ਥੋੜ੍ਹੇ ਪ੍ਰਸ਼ਨ ਨੇ ਅਭਿਆਸ ਦੇ, ਜਿਨ੍ਹਾਂ ਨੂੰ ਆਪਾਂ ਹੁਣੇ ਜੋ ਲੇਖ ਦੀ ਚਰਚਾ ਕੀਤੀ ਆ ਉਹਦੇ ਆਧਾਰ 'ਤੇ ਹੱਲ ਕਰ ਸਕਦੇ ਹਾਂ। ਨਿਮਰਤਾ ਜਾਂ ਹਲੀਮੀ ਦਾ ਕਿਸ ਨਾਲ ਤਾਲਮੇਲ ਨਹੀਂ ਬੈਠਦਾ। ਠੀਕ ਹੈ, ਇਹ ਅਸੀਂ ਸ਼ੁਰੂ ਦੇ ਵਿੱਚ ਹੀ ਜਿਹੜਾ ਲੇਖ ਦੇ ਪੜ੍ਹਿਆ ਕਿ ਨਿਮਰਤਾ ਅਤੇ ਜਿਹੜਾ ਹਲੀਮੀ ਦਾ ਕਾਹਦੇ ਨਾਲ ਤਾਲਮੇਲ ਨਹੀਂ ਬੈਠਦਾ। ਨਿਮਰਤਾ ਹਲੀਮੀ ਆ ਜਿਹੜੀ ਹੈਗੀ ਉਹ ਸਾਡਾ ਇਲਮ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਇਲਮ ਹੁੰਦਾ ਗਿਆਨ, ਪੈਸੇ ਅਤੇ ਇਲਮ ਨਾਲ ਉਹਦਾ ਤਾਲਮੇਲ ਨਹੀਂ ਬੈਠਦਾ। ਸੋ ਇਸੇ ਤਰ੍ਹਾਂ ਇਸ ਦਾ ਅਗਲਾ ਪ੍ਰਸ਼ਨ ਹੈ ਜਿਹੜਾ ਉਹਨੂੰ ਦੇਖਿਆ ਜਾ ਸਕਦਾ ਕਿ ਬੱਚੇ ਦਾ ਹੱਥ ਤੋੜਨ ਦਾ ਕਾਰਨ ਅਸੀਂ ਹੁਣੇ ਕੀਤਾ ਕਿ ਉਹਨੇ ਕਾਰ ਦੇ ਉੱਤੇ ਜੋ ਵੀ ਲਿਖਤਾ ਸੀ। ਵਿਆਹ ਕਿਸ ਦਾ ਟੁੱਟ ਗਿਆ ਅਤੇ ਕਿਉਂ? ਕਿਉਂਕਿ ਜਿਹੜਾ ਹੈਗਾ ਉਹਦਾ ਬਾਪ ਜਿਹੜਾ ਬਹੁਤ ਬੱਚੇ ਦਾ ਖੜੂਸ ਸੀ, ਹੰਕਾਰੀ ਸੀ, ਜਿਸ ਕਾਰਨ ਉਹਨਾਂ ਦਾ ਵਿਆਹ ਟੁੱਟ ਗਿਆ ਸੀ ਉਹਦੇ ਮਾਂ ਬਾਪ ਦਾ। ਲੇਖਕਾਂ ਨੇ ਪ੍ਰਿੰਸੀਪਲ ਦਾ ਸੁਭਾਅ ਕਿਹੋ ਜਿਹਾ ਸੀ? ਬਹੁਤ ਹੀ ਖੜੂਸ ਉਹਨੇ ਕਿਹਾ। ਹੰਕਾਰਿਆ ਸੋ ਮਾਰਿਆ ਖਾਣ ਕਿਸ ਭਾਵ ਨਾਲ ਵਰਤਿਆ ਜਾਂਦਾ ਕਿ ਜਿਹੜਾ ਬੰਦਾ ਹੰਕਾਰ ਕਰਦਾ ਆਖਰ ਉਹ ਮਤਲਬ ਉਹਦਾ ਕੁਛ ਸੰਵਰਦਾ ਨਹੀਂ। ਆਪਣੇ ਆਪ ਨੂੰ ਕਿਵੇਂ ਸ਼ਾਂਤ ਕੀਤਾ ਜਾ ਸਕਦਾ? ਹੰਕਾਰੀ ਬੰਦੇ ਨੂੰ ਨਕਾਰ ਕੇ, ਇਗਨੋਰ ਕਰਕੇ, ਆਪਣੇ ਆਪ ਨੂੰ ਸ਼ਾਂਤ ਰੱਖ ਕੇ। ਮਨੋਵਿਗਿਆਨੀ ਕੀ ਸੁਝਾਅ ਦਿੰਦੇ ਨੇ? ਮਨੋਵਿਗਿਆਨੀ ਆ ਜਿਹੜੇ, ਉਹਨਾਂ ਦਾ ਮਤਲਬ ਇਹ ਕਹਿਣਾ ਕਿ ਹੰਕਾਰੀ ਬੰਦੇ ਨਾਲ ਜਿਹੜਾ ਨਜਿੱਠਣ ਦੇ ਲਈ ਆਪਣੇ ਮਨੋਬਲ ਨੂੰ ਜਿਹੜਾ ਤਾਕਤਵਰ ਬਣਾਉਣਾ ਚਾਹੀਦਾ, ਆਪਣੇ ਭਾਵਾਂ ਨੂੰ ਕਾਬੂ 'ਚ ਰੱਖਣਾ
ਚਾਹੀਦਾ। ਸੋ ਹੰਕਾਰੀ ਬੰਦੇ ਤੋਂ ਕਿਵੇਂ ਬਚਿਆ ਜਾ ਸਕਦਾ, ਇਹਦੇ ਸੁਝਾਅ ਵੀ ਲੇਖਕਾਂ ਨੇ ਦਿੱਤੇ ਨੇ। ਸੋ ਇਸ ਤਰ੍ਹਾਂ ਦੇ ਨਾਲ ਅਭਿਆਸ ਦੇ ਹੋਰ ਛੋਟੇ ਛੋਟੇ ਪ੍ਰਸ਼ਨ ਨੇ ਜਿੱਥੇ ਵਿਰੋਧੀ ਸ਼ਬਦ ਨੇ, ਜਾਂ ਜਿਸ ਤਰ੍ਹਾਂ ਹੰਕਾਰ ਦਾ ਵਿਰੋਧੀ ਸ਼ਬਦ